Welcome, dear students, to the daily slide by Department of School Education, Punjab, India, for 10 plus 2 class. Today we'll discuss the reading skill through this official slide. Dear students, all of you know that the 4 skills of learning a language are skill number 1, listening, skill number 2, speaking, skill number 3, reading, skill number 4, writing, and the short form is LSRW. ਪਿਆਰੇ ਬੱਚਿਓ, ਕਿਸੇ ਵੀ ਭਾਸ਼ਾ ਦੀਆਂ 4 ਸਕਿੱਲਸ ਹੁੰਦੀਆਂ ਹਨ: ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ। ਅੰਗਰੇਜ਼ੀ ਦੀਆਂ ਵੀ ਹਨ, ਹਿੰਦੀ ਪੰਜਾਬੀ ਦੀਆਂ ਵੀ ਹੁੰਦੀਆਂ ਹਨ। ਸੋ ਅੱਜ ਦੀ ਜੋ ਸਕਿੱਲ ਅਸੀਂ ਡਿਸਕਸ ਕਰਨੀ ਆ, ਦੈਟ ਇਜ਼ ਦ ਰੀਡਿੰਗ ਸਕਿੱਲ। ਰੀਜ਼ਨਸ ਫॉर ਪੂਅਰ ਰੀਡਿੰਗ ਕੰਪਰੀਹੈਂਸ਼ਨ ਆਰ inability to understand a word or a sentence। ਸਭ ਤੋਂ ਵੱਡਾ ਕਾਰਨ ਹੁੰਦਾ ਹੈ ਕਿ ਬੱਚੇ ਪੜ੍ਹ ਕੇ ਸਮਝ ਕਿਉਂ ਨਹੀਂ ਸਕਦੇ। ਰੀਡਿੰਗ ਕੰਪਰੀਹੈਂਸ਼ਨ ਮਤਲਬ ਪੜ੍ਹ ਕੇ ਸਮਝਣਾ, ਕੰਪਰੀਹੈਂਸ਼ਨ ਮਤਲਬ ਸਮਝਣਾ ਕਿਸੇ ਚੀਜ਼ ਨੂੰ। ਸੋ ਸਭ ਤੋਂ ਪਹਿਲਾਂ ਉਹਨਾਂ ਦੇ ਅੰਦਰ ਕੀ ਕਮੀ ਹੁੰਦੀ ਹੈ ਕਿ ਉਹ ਕਿਸੇ ਸ਼ਬਦ ਨੂੰ ਨਹੀਂ ਪਛਾਣਦੇ ਜਾਂ ਸੈਂਟੈਂਸ ਨੂੰ ਪੜ੍ਹ ਨਹੀਂ ਸਕਦੇ, ਉਹਨੂੰ ਸਮਝ ਨਹੀਂ ਸਕਦੇ। ਉਹਨੂੰ ਰੀਡ ਆਊਟ ਵੀ ਕਰ ਲੈਣਗੇ ਤਾਂ ਉਹਦਾ ਮੀਨਿੰਗ ਨਹੀਂ ਉਹਨਾਂ ਨੂੰ ਪਤਾ ਲੱਗਦਾ। ਨੰਬਰ 2, ਲੈਕ ਆਫ ਐਕਸਪੋਜਰ ਟੂ ਲਿਸਨਿੰਗ ਔਰ ਰੀਡਿੰਗ ਇਨ ਸਕੂਲਸ। ਸਕੂਲਾਂ ਦੇ ਵਿੱਚ ਆਮ ਤੌਰ 'ਤੇ ਜਿੱਥੇ ਟਰੈਡੀਸ਼ਨਲ ਪੜ੍ਹਾਈ ਹੁੰਦੀ ਹੈ, ਉੱਥੇ ਬੱਚਿਆਂ ਨੂੰ ਸੁਣਨ ਨੂੰ ਨਹੀਂ ਮਿਲਦੀ ਇੰਗਲਿਸ਼, ਜਾਂ ਰੀਡ ਕਰਨ ਨੂੰ ਨਹੀਂ ਮਿਲਦੀ। ਸਿਰਫ ਲਿਖਦੇ ਰਹਿੰਦੇ ਨੇ ਉਹ, ਜਾਂ ਉਹਨਾਂ ਨੂੰ ਬਣੇ ਬਣਾਏ ਕੁਐਸਚਨ ਆਨਸਰ ਮਿਲ ਜਾਂਦੇ ਆ, ਉਹਨੂੰ ਪੜ੍ਹਦੇ ਰਹਿੰਦੇ ਆ। ਸੋ ਇਸ ਤਰ੍ਹਾਂ ਲਿਸਨਿੰਗ ਔਰ ਰੀਡਿੰਗ ਬੱਚਿਆਂ ਦੀ ਹੁੰਦੀ ਨਹੀਂ, ਇਸ ਕਾਰਨ ਵੀ ਉਹ ਰੀਡਿੰਗ ਨਹੀਂ ਕਰ ਪਾਉਂਦੇ। ਲੈਕ ਆਫ ਗੁੱਡ ਵੋਕੈਬਲਰੀ, ਬੱਚੇ ਸ਼ਬਦ ਭੰਡਾਰ ਨਹੀਂ ਆਪਣਾ ਇਕੱਠਾ ਕਰ ਪਾਉਂਦੇ, ਕਿਉਂਕਿ ਜੇ ਅੰਗਰੇਜ਼ੀ ਸੁਣਨਗੇ, ਬੋਲਣਗੇ, ਲਿਖਣਗੇ, ਪੜ੍ਹਨਗੇ ਤਾਂ ਹੀ ਤਾਂ ਸ਼ਬਦ ਸਿੱਖਣਗੇ। ਸੋ ਇਹ ਘੱਟ ਹੁੰਦਾ ਉਹਨਾਂ ਕੋਲ। ਲੈਕ ਆਫ ਇੰਟਰਸਟ, ਕਈ ਵਾਰੀ ਬੱਚਿਆਂ ਨੂੰ ਦਿਲਚਸਪੀ ਹੀ ਨਹੀਂ ਹੁੰਦੀ। ਲੈਕ ਆਫ ਕੰਸਨਟ੍ਰੇਸ਼ਨ, ਬਾਲਪਨ ਦੀ ਉਮਰ ਇਹੋ ਜਿਹੀ ਹੁੰਦੀ ਹੈ ਜਿਸ 'ਚ ਮਨ ਚੰਚਲ ਹੁੰਦਾ ਹੈ, ਖੇਡ ਕੁੱਦ 'ਚ ਵੀ ਲੱਗਿਆ ਰਹਿੰਦਾ। ਸੋ ਕਈ ਵਾਰੀ ਬੱਚਿਆਂ ਦੇ ਅੰਦਰ ਇਕਾਗਰਤਾ ਦੀ ਕਮੀ ਕਰਕੇ ਵੀ ਉਹਨਾਂ ਨੂੰ ਪੜ੍ਹਨ 'ਚ ਦਿੱਕਤ ਆ ਸਕਦੀ ਹੈ। ਨਾਓ ਵੀ ਵਿਲ ਡਿਸਕਸ ਦ ਜਨਰਲ ਸਟ੍ਰੈਟਜੀਜ਼ ਫॉर ਰੀਡਿੰਗ। ਜਦੋਂ ਅਸੀਂ ਰੀਡਿੰਗ ਕਰਨ ਲੱਗੀਏ ਤਾਂ ਸਾਡੀ ਕੀ ਸਟ੍ਰੈਟਜੀ ਹੋਣੀ ਚਾਹੀਦੀ ਹੈ, ਕਿਵੇਂ ਰੀਡਿੰਗ ਕਰਨੀ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਸਮਝ ਆਏ। All tasks require the following skills in attempting reading passages। ਸੋ ਜਦੋਂ ਵੀ ਤੁਹਾਨੂੰ ਪੇਪਰ ਦੇ ਵਿੱਚ ਕੰਪਰੀਹੈਂਸ਼ਨ ਪੈਸੇਜ ਆਊਗਾ, ਤੁਸੀਂ ਕੀ ਕਰਨਾ, ਸਾਰੇ ਸਟੈਪਸ ਨੋਟ ਕਰ ਲਓ। ਨੰਬਰ 1, ਪ੍ਰੀਵਿਊਇੰਗ। ਪੂਰੇ ਪੈਰੇ ਨੂੰ ਇੱਕ ਵਾਰੀ ਨਜ਼ਰ ਭਰ ਕੇ ਦੇਖ ਲਓ, ਉੱਪਰ ਤੋਂ ਨੀਚੇ ਤੱਕ ਪ੍ਰੀਵਿਊ ਕਰ ਲਓ ਕਿ ਕੀ ਚੀਜ਼ ਹੈ, ਕਾਹਦੇ ਬਾਰੇ ਲੱਗ ਰਹੀ ਹੈ। ਨੰਬਰ 2, ਇੰਟਰਪ੍ਰੀਟਿੰਗ ਇੰਸਟਰਕਸ਼ਨਸ ਐਂਡ ਕੁਐਸਚਨਸ। ਫਿਰ ਤੁਸੀਂ ਇੱਕ ਨਿਗਾਹ ਇਸ 'ਤੇ ਮਾਰ ਕੇ ਕੁਐਸਚਨਸ ਵੱਲ ਚਲੇ ਜਾਓ ਅਤੇ ਕੁਐਸਚਨਸ ਨੂੰ ਪਹਿਲਾਂ ਪੜ੍ਹ ਲਓ, ਜਾਂ ਕੋਈ ਇੰਸਟਰਕਸ਼ਨਸ ਜੋ ਦਿੱਤੀਆਂ ਗਈਆਂ ਕਿ ਤੁਸੀਂ ਕਰਨਾ ਕੀ ਹੈ, ਕੁਐਸਚਨਸ ਦੇ ਆਨਸਰ ਦੇਣੇ ਆ, ਜਾਂ ਆਪੋਜ਼ਿਟ ਵਰਡ ਲੱਭਣੇ ਆ, ਜਾਂ ਕੁਝ ਅੰਡਰਲਾਈਨ ਕਰਨਾ। ਸੋ ਇਹਨੂੰ ਤੁਸੀਂ ਅੱਛੀ ਤਰ੍ਹਾਂ ਪੜ੍ਹ ਲਓ। ਨੰਬਰ 3, skimming for general idea of some text, this is known as gist। ਫਿਰ ਤੁਸੀਂ ਸਕਿਮਿੰਗ ਕਰੋ। ਸਕਿਮਿੰਗ ਹੁੰਦਾ ਹੈ ਜਦੋਂ ਅਸੀਂ ਉਸ ਨੂੰ ਫਟਾਫਟ ਪੜ੍ਹਦੇ ਹਾਂ ਅਤੇ ਉਸ ਦੇ ਵਿੱਚੋਂ ਮੇਨ ਪੁਆਇੰਟਸ ਨੇ ਜਿਹੜੇ ਉਹ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਅਸੀਂ ਕੁਐਸਚਨਸ ਪਹਿਲਾਂ ਪੜ੍ਹ ਲਏ। ਸੋ ਸਾਡਾ ਧਿਆਨ ਆਟੋਮੈਟਿਕਲੀ ਹੁਣ ਉਸਦੇ ਆਨਸਰਸ ਵੱਲ ਜ਼ਿਆਦਾ ਜਾਊਗਾ। ਨੰਬਰ 4, ਸਕੈਨਿੰਗ ਫॉर ਸਪੈਸੀਫਿਕ ਆਨਸਰਸ। ਸਕੈਨਿੰਗ ਹੁੰਦਾ ਜਦੋਂ ਅਸੀਂ ਇੱਕ ਝਟਕੇ 'ਚ ਹੀ ਉਸ ਚੀਜ਼ 'ਤੇ ਪਹੁੰਚ ਜਾਣਾ ਹੁੰਦਾ ਜੋ ਆਨਸਰ ਸਾਨੂੰ ਚਾਹੀਦਾ ਹੈ। ਫੋਰ ਐਗਜ਼ਾਮਪਲ, ਕਿਸੇ ਦੀ ਡੇਟ ਆਫ ਬਰਥ ਪੈਰਾਗ੍ਰਾਫ 'ਚ ਲਿਖੀ ਗਈ ਹੈ, ਸਾਨੂੰ ਕੁਐਸਚਨ 'ਚ ਪੁੱਛਿਆ ਜਾਂਦਾ ਹੈ ਕਿ ਵਾਟ ਇਜ਼ ਦ ਡੇਟ ਆਫ ਬਰਥ ਆਫ ਦਿਸ ਪਰਸਨ, ਤਾਂ ਅਸੀਂ ਫਟਾਫਟ ਪੈਰੇ 'ਚ ਉਸ ਡੇਟ ਆਫ ਬਰਥ 'ਤੇ ਹੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਲਈ ਸਾਨੂੰ ਪੂਰਾ ਪੈਰਾ ਥੋਰਲੀ ਪੜ੍ਹਨ ਦੀ ਲੋੜ ਨਹੀਂ। ਨੰਬਰ ਪੁੱਛਿਆ ਜਾ ਸਕਦਾ ਹੈ, ਡੇਟਸ ਪੁੱਛੀਆਂ ਜਾ ਸਕਦੀਆਂ, ਪਲੇਸਿਸ ਪੁੱਛੀਆਂ ਜਾ ਸਕਦੀਆਂ, ਪਰਸਨਸ ਦੇ ਨੇਮਸ ਪੁੱਛੇ ਜਾ ਸਕਦੇ, ਬੁੱਕ ਦਾ ਨੇਮ ਪੁੱਛਿਆ ਜਾ ਸਕਦਾ, ਕੋਈ ਐਗਜ਼ਾਮਪਲ ਦਿੱਤੀ ਹੋਈ ਉਹਦੇ ਬਾਰੇ ਪੁੱਛਿਆ ਜਾ ਸਕਦਾ। ਸੋ ਅਸੀਂ ਕੀ ਕਰਨਾ ਹੁੰਦਾ, ਜਦੋਂ ਸਟੀਕ ਉਸ ਜਗ੍ਹਾ 'ਤੇ ਹੀ ਜਾ ਕੇ ਆਨਸਰ ਲੱਭ ਲੈਂਦੇ, ਦੈਟ ਇਜ਼ ਸਕੈਨਿੰਗ। ਨੰਬਰ 5, ਚੈਕਿੰਗ ਯੋਰ ਆਨਸਰਸ। ਉਸ ਤੋਂ ਬਾਅਦ ਤੁਸੀਂ ਪੈਰਾਗ੍ਰਾਫ ਦੇ ਹਿਸਾਬ ਨਾਲ ਆਪਣੇ ਆਨਸਰਸ ਨੂੰ ਚੈੱਕ ਕਰ ਲੈਣਾ ਹੁੰਦਾ ਹੈ। ਸੋ ਨਾਓ ਵੀ ਹੈਵ ਅ ਸੈਂਪਲ ਪੈਸੇਜ। Dance is a performing art comprising a series of movements and steps that are synchronized to match the speed and rhythm of music.
It is accompanied by gestures and expressions which explain the theme contained in the music. ਸੋ ਅਸੀਂ ਜਦੋਂ ਇਸ ਨੂੰ ਪ੍ਰੀਵਿਊ ਕੀਤਾ ਤਾਂ ਸਾਨੂੰ ਪਤਾ ਲੱਗਿਆ ਕਿ ਡਾਂਸ ਬਾਰੇ ਕੋਈ ਗੱਲ ਹੈ, ਸਪੀਡ ਬਾਰੇ ਗੱਲ ਹੈ, ਰਿਦਮ ਬਾਰੇ ਗੱਲ ਹੈ, ਸੰਗੀਤ ਦੀ ਰਿਦਮ ਬਾਰੇ ਗੱਲ ਹੈ। ਸੋ ਇਹ ਹੋ ਗਿਆ ਪ੍ਰੀਵਿਊ। ਹੁਣ ਅਸੀਂ ਪਹੁੰਚਦੇ ਹਾਂ ਕੁਐਸਚਨਸ ਦੇ ਉੱਤੇ। ਕੁਐਸਚਨਸ ਨੂੰ ਪਹਿਲੇ ਪੜ੍ਹਾਂਗੇ ਫਿਰ ਪੈਰੇ ਨੂੰ ਸਮਝਾਂਗੇ। ਵਟ ਕਾਈਂਡ ਆਫ ਆਰਟ ਇਜ਼ ਡਾਂਸ? ਕਿਹੋ ਜਿਹਾ ਆਰਟ ਹੈ ਡਾਂਸ? ਗ੍ਰਾਫਿਕ, ਵਿਜ਼ੂਅਲ, ਫਾਈਨ, ਪਰਫਾਰਮਿੰਗ। ਨੰਬਰ 2, ਵਟ ਇਜ਼ ਦ ਫੰਡਾਮੈਂਟਲ ਟੂ ਡਾਂਸ? ਡਾਂਸ ਕਰਨ ਲਈ ਸਭ ਤੋਂ ਮੁੱਢਲੀ ਚੀਜ਼ ਕੀ ਹੈ? ਸੋ ਤੁਸੀਂ ਇਸ 'ਚੋਂ ਫਾਈਂਡ ਆਊਟ ਕਰੋਗੇ ਕਿ ਪੈਰਾਗ੍ਰਾਫ 'ਚ ਕਿਹੜੀਆਂ ਦੋ ਚੀਜ਼ਾਂ ਕਹੀਆਂ ਗਈਆਂ। ਆਈ ਵਿਲ ਨਾਟ ਟੈਲ ਯੂ ਦ ਆਨਸਰਸ, ਯੂ ਵਿਲ ਸੋਲਵ ਇਟ। ਆਨਸਰ ਨਹੀਂ ਮੈਂ ਤੁਹਾਨੂੰ ਦੱਸਾਂਗੀ, ਪੈਰਾ ਸਮਝਾ ਦੂੰਗੀ, ਕੁਐਸਚਨ ਆਨਸਰ ਸਮਝਾ ਦੂੰਗੀ, ਤੁਸੀਂ ਖੁਦ ਆਨਸਰ ਲੱਭੋਗੇ। ਸੋ ਰਿਦਮ ਔਰ ਸਪੀਡ ਦੀ ਗੱਲ ਕੀਤੀ ਗਈ ਹੈ, ਜਾਂ ਰਿਦਮ ਔਰ ਮੂਵਮੈਂਟਸ ਦੀ ਗੱਲ ਕੀਤੀ ਗਈ ਹੈ, ਜਾਂ ਮੂਵਮੈਂਟਸ ਅਤੇ ਜੈਸਚਰਸ ਦੀ ਗੱਲ ਕੀਤੀ ਗਈ ਹੈ, ਸਪੀਡ ਅਤੇ ਜੈਸਚਰਸ ਦੀ ਗੱਲ ਕੀਤੀ ਗਈ ਹੈ। Number 3, what kind of cultural tradition does India have? Poor, rich, soft, popular? ਕਿ ਕਿਸ ਤਰ੍ਹਾਂ ਦਾ ਭਾਰਤ ਦਾ ਜਿਹੜਾ ਸੱਭਿਆਚਾਰ ਹੈ ਉਹ ਸ਼ੁਰੂ ਤੋਂ ਚੱਲਿਆ ਆ ਰਿਹਾ, ਸਾਡੀ ਕੀ ਪਰੰਪਰਾ ਹੈ, ਗਰੀਬ ਹੈ, ਅਮੀਰ ਹੈ, ਬੜੀ ਨਾਜ਼ੁਕ ਹੈ ਜਾਂ ਬੜੀ ਮਸ਼ਹੂਰ ਹੈ। Number 4, what binds the people of country together? ਲੋਕਾਂ ਨੂੰ ਕਿਹੜੀ ਚੀਜ਼ ਜੋੜ ਕੇ ਰੱਖਦੀ ਹੈ? The constitution, the sports, the languages, dance। ਇਹਨਾਂ ਚਾਰਾਂ ਚੋਂ ਕਿਹੜੀ ਚੀਜ਼? ਕੌਨਸਟੀਟਿਊਸ਼ਨ ਪਤਾ ਹੈ ਨਾ ਬੇਟਾ, ਸੰਵਿਧਾਨ। ਬਾਕੀ ਸਾਰੇ ਵਰਡਸ ਈਜ਼ੀ ਨੇ, ਤੁਹਾਨੂੰ ਪਤਾ ਹੈ। ਨੰਬਰ 5, ਹਾਊ ਓਲਡ ਇਜ਼ ਦ ਟ੍ਰਡੀਸ਼ਨ ਆਫ ਇੰਡੀਅਨ ਡਾਂਸਿਸ? ਹੁਣ ਇੱਥੇ ਅਸੀਂ ਸਕੈਨਿੰਗ ਦਾ ਇਸਤੇਮਾਲ ਕਰ ਸਕਦੇ ਹਾਂ, ਕਿਉਂਕਿ ਅਸੀਂ ਨੰਬਰ ਆਫ ਈਅਰਸ ਲੱਭ ਕੇ ਦੱਸਣੇ ਆ ਔਰ ਪੈਰਾਗ੍ਰਾਫ 'ਚ ਤੁਹਾਨੂੰ ਅਲੱਗ ਹੀ ਦਿਖ ਜਾਣੇ ਆ ਨੰਬਰ ਆਫ ਈਅਰਸ। ਨੰਬਰ 6, two main forms of Indian dance are। ਇਹਦੇ ਲਈ ਵੀ ਅਸੀਂ ਸਕੈਨਿੰਗ ਕਰ ਸਕਦੇ ਹਾਂ ਕਿ ਕਿਹੜੀਆਂ ਦੋ ਮੇਨ ਫਾਰਮਸ ਦੀ ਗੱਲ ਕੀਤੀ ਹੈ, ਡਾਂਸ ਦੀਆਂ ਦੋ ਵਿਧਾਵਾਂ ਕਿਹੜੀਆਂ ਨੇ ਜਿਹੜੀਆਂ ਇੰਡੀਆ 'ਚ ਮਸ਼ਹੂਰ ਹਨ। ਕੁਐਸਚਨ ਨੰਬਰ 7, the principles of Indian classical dance were laid by। ਇੱਥੇ ਵੀ ਸਕੈਨਿੰਗ ਕਰ ਸਕਦੇ ਹਾਂ ਕਿ ਭਾਰਤ ਦੇ ਕਲਾਸੀਕਲ ਡਾਂਸ ਦੇ ਜਿਹੜੇ ਸਿਧਾਂਤ ਨੇ, ਸਾਡੇ ਸ਼ਾਸਤਰੀ ਜੋ ਨ੍ਰਿਤ ਹੁੰਦਾ ਉਸਦੇ ਸਿਧਾਂਤ ਕਿਸ ਨੇ ਬਣਾਏ ਨੇ। ਵਟ ਡਿਡ ਭਾਰਤ ਮੁਨੀ ਰਾਈਟ? ਭਾਰਤ ਮੁਨੀ ਨੇ ਕੀ ਲਿਖਿਆ ਹੈ? ਇਸ ਦੇ ਵਿੱਚ ਤੁਸੀਂ ਕੁਐਸਚਨ 9 ਸਟੇਟ ਵੈਦਰ ਟਰੂ ਔਰ ਫਾਲਸ। ਕੁਐਸਚਨ 9 ਦੇ ਵਿੱਚ ਤੁਸੀਂ ਲਿਖਣਾ ਹੈ ਟਰੂ ਕਿ ਫਾਲਸ। 9th, most of these dance styles are depicted on the walls and pillars। ਜ਼ਿਆਦਾਤਰ ਡਾਂਸ ਸਟਾਈਲਸ ਨੇ ਜਿਹੜੇ ਉਹ ਕੰਧਾਂ 'ਤੇ ਜਾਂ ਥੰਮਲਿਆਂ 'ਤੇ ਉਕਰੇ ਹੋਏ ਹਨ। ਹੁਣ ਤੁਸੀਂ ਦੇਖਣਾ ਕਿ ਪੈਰੇ 'ਚ ਇਹ ਗੱਲ ਲਿਖੀ ਗਈ ਹੈ ਕਿ ਨਹੀਂ, ਇਹ ਸੱਚ ਹੈ ਕਿ ਝੂਠ। ਕੁਐਸਚਨ ਨੰਬਰ 10, ਦ ਲਾਸਟ ਕੁਐਸਚਨ, ਫਿਲ ਇਨ ਦ ਬਲੈਂਕਸ। ਹੁਣ ਆਪਾਂ ਬਲੈਂਕ ਨੂੰ ਫਿਲ ਕਰਾਂਗੇ। ਰਾਈਟ 2 ਕਲਾਸੀਕਲ ਡਾਂਸਿਸ ਆਫ ਇੰਡੀਆ ਵਿਚ ਆਰ ਫੇਮਸ ਆਲ ਓਵਰ ਦ ਵਰਲਡ। ਪੈਰੇ 'ਚੋਂ ਅਸੀਂ ਦੇਖਣਾ ਕਿ ਭਾਰਤ ਦੇ ਕਿਹੜੇ ਦੋ ਡਾਂਸ ਹਨ ਜਿਹੜੇ ਕਿ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹਨ। ਡੀਅਰ ਸਟੂਡੈਂਟਸ, ਨਾਓ ਵੀ ਹੈਵ ਰੈਡ ਦ ਕੁਐਸਚਨਸ। ਆਫਟਰ ਰੀਡਿੰਗ ਦ ਕੁਐਸਚਨਸ ਵੀ ਵਿਲ ਡਿਸਕਸ ਦ ਪੈਰਾਗ੍ਰਾਫ। ਸੋ ਸਾਨੂੰ ਪਤਾ ਲੱਗਿਆ ਡਾਂਸ ਬਾਰੇ ਪੈਰਾ ਹੈ। ਸ਼ੁਰੂ ਦੇ ਵਿੱਚ ਕੀ ਕਿਹਾ ਜਾ ਰਿਹਾ ਕਿ ਡਾਂਸ ਇੱਕ ਪਰਫਾਰਮਿੰਗ ਆਰਟ ਹੈ। ਮਿਲ ਗਿਆ ਨਾ ਇੱਕ ਕੁਐਸਚਨ ਦਾ ਆਨਸਰ। ਔਰ ਉਸ ਦੇ ਵਿੱਚ ਬਹੁਤ ਇੱਕ ਸੀਰੀਜ਼ ਹੁੰਦੀ ਹੈ, ਲਗਾਤਾਰ ਇੱਕ ਲੜੀ ਚੱਲਦੀ ਹੈ। ਕਾਹਦੀ? ਡਾਂਸ ਦੇ ਵਿੱਚ ਮੂਵਮੈਂਟਸ ਹੁੰਦੀਆਂ ਨੇ, ਸਰੀਰਕ ਜਿਹੜੇ ਨੇ ਉਹ ਅਸੀਂ ਆਪਣੇ ਸਰੀਰ ਨੂੰ ਹਿਲਾ ਡੁਲਾ ਕੇ ਤਰ੍ਹਾਂ ਤਰ੍ਹਾਂ ਦੀਆਂ ਭਾਵਨਾਵਾਂ ਜਿਹੜੀਆਂ ਵਿਅਕਤ ਕਰਦੇ ਹਾਂ। ਐਂਡ ਸਟੈਪਸ, ਅਤੇ ਉਸ ਦੇ ਲਈ ਸਾਨੂੰ ਕੁਝ ਸਟੈਪਸ ਮਿਲਦੇ ਨੇ। ਇਹਨਾਂ ਹਾਵ ਭਾਵ ਮੂਵਮੈਂਟ ਅਤੇ ਸਟੈਪਸ ਨੂੰ ਸਿੰਕਰੋਨਾਈਜ਼ ਕਰਕੇ ਇੱਕ ਲੜੀ ਦੇ ਵਿੱਚ ਪਰੋ ਕੇ ਅਸੀਂ ਆਪਣਾ ਭਾਵ ਦੱਸਦੇ ਹਾਂ। ਕਿਸ ਦੇ ਨਾਲ ਉਸ ਨੂੰ ਮੈਚ ਕਰਦੇ ਹਾਂ? ਟੂ ਮੈਚ ਦ ਸਪੀਡ ਐਂਡ ਰਿਦਮ ਆਫ ਮਿਊਜ਼ਿਕ। ਬਿਨਾਂ ਸੰਗੀਤ ਤੋਂ ਅਸੀਂ ਡਾਂਸ ਨਹੀਂ ਕਰ ਸਕਦੇ। ਸੰਗੀਤ ਕੀ ਦਿੰਦਾ ਸਾਨੂੰ ਡਾਂਸ ਕਰਨ ਲਈ? ਸਪੀਡ ਦਿੰਦਾ ਅਤੇ ਤਾਲ ਦਿੰਦਾ ਹੈ, ਜਿਸ ਦੇ ਨਾਲ ਸਾਡੇ ਪੈਰ ਫਿਰ ਉਸ ਤਾਲ ਨਾਲ ਥਿਰਕਦੇ ਹਨ। ਇਟ ਇਜ਼ ਅਕੰਪਨੀਡ ਬਾਈ ਜੈਸਚਰਸ ਐਂਡ ਐਕਸਪ੍ਰੈਸ਼ਨਸ ਵਿਚ ਐਕਸਪਲੇਨ ਦ ਥੀਮ ਕੰਟੇਨਡ ਇਨ ਦ ਮਿਊਜ਼ਿਕ। ਸੋ ਦੋ ਚੀਜ਼ਾਂ ਜਿਹੜੀਆਂ ਸਭ ਤੋਂ ਜ਼ਿਆਦਾ ਡਾਂਸ ਦੇ ਵਿੱਚ ਦੱਸਦੀਆਂ ਨੇ, ਜੋ ਵੀ ਸਾਡਾ ਥੀਮ ਹੈ ਉਸ ਸੰਗੀਤ ਦਾ,
ਉਸ ਕੇਂਦਰੀ ਭਾਵ ਨੂੰ ਦੱਸਣ 'ਚ ਮਦਦ ਕੌਣ ਕਰਦੇ ਆ? ਸਾਡੇ ਜੈਸਚਰਸ, ਸਾਡੇ ਹਾਵ ਭਾਵ, ਐਕਸਪ੍ਰੈਸ਼ਨਸ, ਅਸੀਂ ਜੋ ਵੀ ਆਪਣੇ ਵੱਲੋਂ ਆਪਣੇ ਸਰੀਰ ਦੁਆਰਾ ਪ੍ਰਗਟਾਵਾ ਕਰਦੇ ਹਾਂ। One can dance alone or with a partner or in a group. ਸੋ ਕੋਈ ਇਕੱਲਾ ਵੀ ਡਾਂਸ ਕਰ ਸਕਦਾ ਹੈ, ਕਿਸੇ ਇੱਕ ਪਾਰਟਨਰ ਨਾਲ ਵੀ ਕਰ ਸਕਦਾ ਹੈ ਜਾਂ ਇੱਕ ਗਰੁੱਪ ਨਾਲ ਵੀ ਕਰ ਸਕਦਾ ਹੈ। ਰਿਦਮ ਐਂਡ ਮੂਵਮੈਂਟਸ ਆਰ ਫੰਡਾਮੈਂਟਲ ਟੂ ਡਾਂਸ। ਸੋ ਆਪਾਂ ਨੂੰ ਇਹ ਵੀ ਪ੍ਰਸ਼ਨ ਪੁੱਛਿਆ ਗਿਆ ਸੀ ਕਿ ਮੁੱਢਲੀਆਂ ਜ਼ਰੂਰਤਾਂ ਕੀ ਨੇ ਡਾਂਸ ਦੀਆਂ? ਉਹ ਦੋ ਨੇ। ਰਿਦਮ ਹੁੰਦੀ ਹੈ ਲੈਅ, ਮੂਵਮੈਂਟ ਹੁੰਦੀ ਹੈ ਕਿ ਅਸੀਂ ਆਪਣੇ ਸਰੀਰ ਨੂੰ ਕਿਸ ਤਰੀਕੇ ਨਾਲ ਮੂਵ ਕਰ ਰਹੇ ਹਾਂ। ਇੰਡੀਆ ਹੈਜ਼ ਅ ਰਿਚ ਕਲਚਰਲ ਟ੍ਰੈਡੀਸ਼ਨ। ਸੋ ਇਹ ਵੀ ਸਾਨੂੰ ਇੱਕ ਕੁਐਸਚਨ ਦਾ ਆਨਸਰ ਮਿਲ ਗਿਆ ਕਿ ਭਾਰਤ ਦੀ ਕਲਚਰਲ ਟ੍ਰੈਡੀਸ਼ਨ ਕਿਹੋ ਜਿਹੀ ਹੈ? ਅਮੀਰ ਹੈ, ਰਿਚ। ਡਾਂਸ ਇਜ਼ ਅ ਪਾਰਟ ਆਫ ਆਵਰ ਰਿਚ ਕਲਚਰਲ ਹੈਰੀਟੇਜ। ਸਾਡੇ ਮਹਾਨ ਅਮੀਰ ਵਿਰਸੇ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਡਾਂਸ। ਇਟ ਇਜ਼ ਐਜ਼ ਵੇਰੀਡ ਐਜ਼ ਦ ਲੈਂਡ ਇਟਸੈਲਫ। ਜਿੰਨੀ ਧਰਤੀ ਦੇ ਉੱਤੇ ਤੁਹਾਨੂੰ ਵਿਭਿੰਨਤਾ ਦੇਖਣ ਨੂੰ ਮਿਲਦੀ ਆ, ਉਨੀ ਹੀ ਤਰ੍ਹਾਂ ਦੀ ਵਿਭਿੰਨਤਾ ਸਾਨੂੰ ਡਾਂਸ ਵੀ ਦੇਖਣ ਨੂੰ ਮਿਲਦੀ ਆ। It bears an underlying unity which binds the people of the country together. ਇੱਕ ਹੋਰ ਕੁਐਸਚਨ ਦਾ ਆਨਸਰ ਮਿਲ ਗਿਆ। ਸੋ ਡਾਂਸ ਹੀ ਉਹ ਵਿਧਾ ਹੈ ਜਿਹੜੀ ਵੱਖੋ ਵੱਖਰੇ ਤਰੀਕਿਆਂ ਦੇ ਇੱਕ ਦੇਸ਼ ਦੇ ਲੋਕਾਂ ਨੂੰ ਜੋੜ ਕੇ ਰੱਖਦੀ ਹੈ। ਡਾਂਸ ਇਨ ਇੰਡੀਆ ਹੈਜ਼ ਐਨ ਅਨਬ੍ਰੋਕਨ ਟ੍ਰੈਡੀਸ਼ਨ ਆਫ ਓਵਰ 2000 years. ਸੋ ਸਾਨੂੰ ਕਿਸੇ ਕੁਐਸਚਨ ਦੇ ਵਿੱਚ ਸਾਲ ਵੀ ਪੁੱਛੇ ਗਏ ਸੀ, ਉਹਦਾ ਆਨਸਰ ਸਾਨੂੰ ਮਿਲ ਗਿਆ। Its themes are derived from mythology, legends and classical literature. ਹੁਣ ਸਾਨੂੰ ਪੁੱਛਿਆ ਕਿ ਕੇਂਦਰੀ ਭਾਵ ਡਾਂਸਿਸ ਕਿੱਥੋਂ ਲੈਂਦੇ ਨੇ? ਮਾਈਥੋਲੋਜੀ ਹੁੰਦਾ ਮਿਥਿਹਾਸ, ਲੈਜੈਂਡਸ ਹੁੰਦਾ ਪੁਰਾਣੀਆਂ ਲੋਕ ਕਥਾਵਾਂ, ਕਲਾਸੀਕਲ ਲਿਟਰੇਚਰ ਹੁੰਦਾ ਜੋ ਵੀ ਸਾਡਾ ਸ਼ਾਸਤਰੀ ਸਾਹਿਤ ਪੁਰਾਣੇ ਸਮੇਂ ਦਾ ਹੈ। ਦੇਰ ਆਰ 2 ਮੇਨ ਡਾਂਸ ਫਾਰਮਸ ਇਨ ਇੰਡੀਆ। ਭਾਰਤ ਦੇ ਵਿੱਚ 2 ਮੇਨ ਡਾਂਸ ਫਾਰਮਸ ਹਨ। ਦੀਜ਼ ਆਰ ਫੋਕ ਡਾਂਸ ਐਂਡ ਕਲਾਸੀਕਲ ਡਾਂਸ। ਇਸ ਦੇ ਵਿੱਚ ਹੈ ਲੋਕ ਨਾਚ ਅਤੇ ਸ਼ਾਸਤਰੀ ਨ੍ਰਿਤ। ਸੋ ਸਾਨੂੰ ਕਿਸੇ ਕੁਐਸਚਨ 'ਚ ਇਹ ਵੀ ਪੁੱਛਿਆ ਗਿਆ ਸੀ ਕਿ ਕਿਹੜੀ 2 ਤਰ੍ਹਾਂ ਦੇ ਡਾਂਸ ਹੁੰਦੇ ਨੇ। ਇੰਡੀਅਨ ਕਲਾਸੀਕਲ ਡਾਂਸਿਸ ਫੋਲੋ ਦ ਪ੍ਰਿੰਸੀਪਲਸ ਐਂਡ ਰੂਲਸ ਲੇਡ ਡਾਊਨ ਬਾਈ ਭਾਰਤ ਮੁਨੀ ਇਨ ਹਿਜ਼ ਨਾਟਯ ਸ਼ਾਸਤਰ ਏਜਿਸ ਅਗੋ। ਸੋ ਭਾਰਤ ਮੁਨੀ ਜੀ ਬਾਰੇ ਵੀ ਪੁੱਛਿਆ ਗਿਆ ਸੀ ਕਿ ਉਹਨਾਂ ਦੇ ਸਿਧਾਂਤ ਕਿੱਥੇ ਦਿੱਤੇ ਨੇ? ਨਾਟਯ ਸ਼ਾਸਤਰ। ਇਹ ਕੁਐਸਚਨ ਦਾ ਆਨਸਰ ਵੀ ਮਿਲ ਗਿਆ। There are 180 styles in Indian dances. ਅਗਰ ਸਟਾਈਲਸ ਦਾ ਨੰਬਰ ਪੁੱਛਿਆ ਤਾਂ 180 ਤਰ੍ਹਾਂ ਦੇ ਸਟਾਈਲ ਨੇ ਭਾਰਤ ਦੇ ਡਾਂਸਿਸ ਦੇ। ਐਂਡ 101 ਆਫ ਥੀਸ ਆਰ ਡਿਸਕ੍ਰਾਈਬ ਇਨ ਨਾਟਯ ਸ਼ਾਸਤਰ। ਨਾਟਯ ਸ਼ਾਸਤਰ ਦੇ ਵਿੱਚ ਕਿੰਨੇ ਦੱਸੇ ਗਏ ਨੇ? 101। Most of these dance styles are depicted on the walls and pillars of the famous Indian temples. ਜ਼ਿਆਦਾਤਰ ਡਾਂਸਿਸ ਨੇ ਜਿਹੜੇ ਉਹ ਕੰਧਾਂ ਤੇ ਥੰਮਲਿਆਂ ਉੱਤੇ ਭਾਰਤ ਦੇ ਮੰਦਰਾਂ ਉੱਤੇ ਉਕਰੇ ਹੋਏ ਹਨ। Okay. Of the classical dances of India, 5 are famous all over the world. ਸਾਡੇ ਸ਼ਾਸਤਰੀ ਨ੍ਰਿਤਾਂ ਦੇ ਵਿੱਚੋਂ 5 ਸ਼ਾਸਤਰੀ ਨ੍ਰਿਤ ਪੂਰੀ ਦੁਨੀਆ 'ਚ ਮਸ਼ਹੂਰ ਹਨ। These are ਭਰਤਨਾਟਿਅਮ, ਕਥਕਲੀ, ਮਣੀਪੁਰੀ, ਕਥਕ, ਓਡੀਸੀ। ਇਹ 4 ਮੇਨ ਜਾਂ 4 ਆਪਾਂ ਕਹਿ ਲਈਏ ਕਿ ਮੁੱਖ ਨ੍ਰਿਤ ਹਨ ਜਿਹੜੇ ਸਾਡੇ ਪੂਰੇ ਵਿਸ਼ਵ 'ਚ ਮਸ਼ਹੂਰ ਹਨ। ਅਦਰ ਪ੍ਰੋਮੀਨੈਂਟ ਡਾਂਸਿਸ ਆ, ਇਸ ਤੋਂ ਇਲਾਵਾ ਵੀ ਕੁਝ ਡਾਂਸ ਹਨ ਜਿਹੜੇ ਲੋਕ ਬਹੁਤ ਸਿੱਖਦੇ ਹਨ ਅਤੇ ਮਸ਼ਹੂਰ ਹਨ। ਕੁਚੀਪੁੜੀ ਆਫ ਆਂਧਰਾ ਪ੍ਰਦੇਸ਼ ਐਂਡ ਮੋਹਿਨੀਅੱਟਮ ਆਫ ਕੇਰਲਾ। ਸੋ ਆਂਧਰਾ ਪ੍ਰਦੇਸ਼ ਦਾ ਡਾਂਸ ਹੈ ਕੁਚੀਪੁੜੀ ਅਤੇ ਕੇਰਲਾ ਦਾ ਡਾਂਸ ਹੈ ਮੋਹਿਨੀਅੱਟਮ। ਸੋ ਇਸ ਤਰ੍ਹਾਂ ਪਹਿਲੇ ਕੁਐਸਚਨ ਆਨਸਰਸ ਪੜ੍ਹ ਲਓ, ਫਿਰ ਪੈਰਾਗ੍ਰਾਫ ਪੜ੍ਹ ਲਓ। ਨਾਓ ਯੂ ਵਿਲ ਐਕਸਟ੍ਰੈਕਟ all the question answers, I am sure. Today's slide has been prepared by Ms. Anurag Sidhu, lecturer in English, Government Senior Secondary School, Ramgarh Pudda, SAS Nagar, and vetted by Ms. Harpreet Randhawa, lecturer in English, Government Senior Secondary School, Mahinangal, Bathinda. Dear students, I hope you have enjoyed the slide of the day. This is the end of official slide. If you like the content of this channel, subscribe the channel and stay connected to all the updates provided by me. Thank you. Have a nice day.